ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਹਿੱਸੇ ਵਿੱਚ ਸ਼ਬਦ ਆਪਾਂ ਪੜ੍ਹ ਰਹੇ ਸੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ, ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝਹਿ ਤਾਹੇ। ਅੱਗੋਂ ਆਪਾਂ ਪੜ੍ਹ ਰਹੇ ਸੀ ਸਤਿਯੁਗ ਰਥ ਸੰਤੋਖ ਕਾ, ਉਹ ਵੀ ਆਪਾਂ ਪੜ੍ਹ ਲਿਆ ਸੀ ਕਿ ਸਤਿਯੁਗ ਦੇ ਲੋਕ ਉਹਨਾਂ ਦੀਆਂ ਦੇਹਾਂ ਤੇ ਉਹਨਾਂ ਦੇ ਸਰੀਰ ਤੇ ਸਰੀਰ ਨੂੰ ਰੱਥ ਫਰਮਾ ਰਹੇ ਹਨ। ਪਹਿਲੇ ਪਾਤਸ਼ਾਹ ਜੀ ਅੰਗ ਹਨ 470। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਦਾਤਾਰ ਪਾਤਸ਼ਾਹ ਮਹਾਰਾਜ ਜੀ ਨੇ ਵਿਸਥਾਰ ਪੂਰਵਕ ਦੁਨੀਆ ਨੂੰ, ਕਲਯੁਗੀ ਜੀਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਯੁੱਗਾਂ ਵਿੱਚ ਇਹ ਦੇਹਾਂ ਬਦਲਦੀਆਂ ਰਹੀਆਂ ਹਨ, ਰੱਥ ਬਦਲਦੇ ਰਹੇ ਹਨ। ਸਤਿਯੁਗ ਦੇ ਰੱਥ ਵਿੱਚ ਸੰਤੋਖ ਬੈਠਾ ਸੀ, ਕਿਉਂ? ਲੋਕ ਧਰਮੀ ਸਨ। ਅੱਜ ਵੀ ਜਿਹੜੇ ਧਰਮੀ ਲੋਕ ਹਨ ਉਹ ਥੋੜੀ ਨਾਲ ਵੀ ਗੁਜ਼ਾਰਾ ਕਰ ਲੈਂਦੇ ਹਨ, ਕਿਉਂਕਿ ਉਹਨਾਂ ਦੇ ਵਿੱਚ ਸੰਤੋਖ ਬੈਠ ਜਾਂਦਾ ਹੈ। ਉਹਨਾਂ ਦੇ ਰੱਥ ਵਿੱਚ, ਉਹਨਾਂ ਦੀ ਦੇਹ ਵਿੱਚ, ਉਹਨਾਂ ਦੀ ਬੋਡੀ ਵਿੱਚ, ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੀ ਕਾਇਆ ਵਿੱਚ। ਜਿਵੇਂ ਤ੍ਰੇਤੇ ਦੇ ਲੋਕ ਜੱਤ ਵਾਲੇ ਸਨ, ਜ਼ੋਰ ਵਾਲੇ ਸਨ। ਉਹਨਾਂ ਦੇ ਅੱਗੇ ਰਥਵਾਹੀ ਜਿਹੜਾ ਸੀ ਜ਼ੋਰ ਸੀ। ਤ੍ਰੇਤੇ ਰਥ ਜਤੈ ਕਾ ਜ਼ੋਰ ਅੱਗੇ ਰਥਵਾਹੋ। ਪਾਵਰ ਵਾਲੇ ਸਨ, ਤਾਕਤ ਵਾਲੇ ਸਨ, ਹਿੰਮਤ ਵਾਲੇ ਸਨ, ਕਿਉਂਕਿ ਜਤੀ ਸਨ ਤ੍ਰੇਤੇ ਵਿੱਚ। ਤ੍ਰੇਤਾ ਰਥ ਜਤੈ ਕਾ। ਫਿਰ ਵੀ ਪਰਮਾਤਮਾ ਤੋਂ ਦੂਰ ਹੋਣ ਕਰਕੇ ਰਾਵਣ ਦੀਆਂ ਸਾਖੀਆਂ ਆ ਜਾਂਦੀਆਂ ਹਨ। ਜਿਨ ਸੀਤਾ ਆਂਦੀ ਡੋਰੂ ਵਾਏ, ਰਾਮ ਕਾਰਨ ਨੂੰ ਉਲੰਘਣ ਕਰਕੇ ਦੁੱਖ ਵੀ ਸ਼ੁਰੂ ਹੋ ਗਏ ਸੀ। ਇੱਥੇ ਦਾਸ ਨੇ ਜੋ ਪਹਿਲਾ ਨੰਬਰ 1 ਹਿੱਸਾ ਇਸ ਸ਼ਬਦ ਦਾ ਆਪ ਜੀ ਨੇ ਸਰਵਣ ਕੀਤਾ ਸੀ। ਦੁਆਪਰ ਰਥ ਤਪੈ ਕਾ। ਤ੍ਰੇਤੇ ਤੋਂ ਬਾਅਦ ਦੁਆਪਰ ਆ ਗਿਆ। ਫਿਰ ਰਥ ਜਿਹੜੇ ਸਨ, ਬੋਡੀਆਂ ਜਿਹੜੀਆਂ ਸਨ, ਤਨ ਜਿਹੜੇ ਸਨ, ਸਰੀਰ ਜਿਹੜੇ ਸਨ, ਕਾਇਆ ਜਿਹੜੀਆਂ ਸਨ, ਉਹਨਾਂ ਦੇ ਵਿੱਚ, ਉਸ ਰਥ ਵਿੱਚ, ਉਹਨਾਂ ਰਥਾਂ ਦੇ ਵਿੱਚ ਤਪ ਬੈਠਾ ਸੀ। ਤਪ ਤੇ ਤਪ ਨੂੰ, ਉਸ ਚੈਰੀਅਟ ਨੂੰ ਚਲਾਉਣ ਵਾਲਾ ਕੌਣ ਸੀ? ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾ ਗਏ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਤੋਰਨ ਵਾਲਾ ਸੱਤ ਸੀ। ਜਿਵੇਂ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸਾਰੇ ਸਤਿਗੁਰੂ ਸਾਨੂੰ ਸਮਝਾ ਰਹੇ ਹਨ। ਅਕਾਲ ਅਕਾਲ ਜਪੋ, ਸਤਨਾਮ ਸ੍ਰੀ ਵਾਹਿਗੁਰੂ ਜਪੋ। ਸੱਤ ਦੇ ਨਾਲ ਜੋੜੋ। ਪੂਰੀ ਦੁਨੀਆ ਵਿੱਚ ਚੱਕਰ ਫੇਰ ਗਏ ਹਨ, ਸਤਨਾਮ ਦਾ ਚੱਕਰ ਫੇਰਾਇਆ। ਜਪ ਮਨ ਸਤਨਾਮ ਚੌਥੇ ਜਾਮੇ ਵਿੱਚ ਪੱਕਾ ਕਰ ਗਏ ਹਨ। ਆਪੋ ਆਪਣੇ ਮਨ ਨੂੰ ਕਹੋ, ਜਪ ਮਨ ਸਤਨਾਮ ਸਦਾ ਸਤਨਾਮ। ਮੂਲ ਮੰਤਰ ਵਿੱਚ ਸਭ ਤੋਂ ਪਹਿਲੇ ਕਹਿ ਗਏ ਹਨ ਇੱਕ ਓੰਕਾਰ ਸਤਨਾਮ। ਸਤ ਜਿਹੜਾ ਸੀ ਇਸ ਰਥ ਨੂੰ ਚਲਾਉਣ ਵਾਲਾ ਸੀ। ਚਾਰੀਅਟੀਅਰ ਚਲਾਉਣ ਵਾਲਾ। In the brass age of Dwapar Yuga, Penanans was the chariot and truth the charioteer. ਦੁਆਪਰ ਵਿੱਚ ਇਹਨਾਂ ਸਰੀਰਾਂ ਦੇ ਉੱਤੇ ਤਪ ਬੈਠਾ ਸੀ। ਹਰ ਬੰਦਾ ਤਪ ਕਰਦਾ ਸੀ। ਅੱਜ ਵੀ ਗੁਰਬਾਣੀ ਨਾਲ ਜੁੜ ਕੇ ਰਹੋ, ਅੱਜ ਵੀ ਮਨ ਤਪ ਕਰੇਗਾ। ਸਤ ਚਲਾਉਣ ਵਾਲਾ ਬਣ ਜਾਏਗਾ। ਬੰਦਾ ਆਖਦਾ ਰਹੇਗਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਆਪਣੇ ਆਪ ਗੁਰੂ ਦੀ ਸੇਵਾ ਕਰਨ ਨੂੰ ਦਿਲ ਕਰੇਗਾ। ਗੁਰ ਸੇਵਾ ਤਪਾਂ ਸਿਰ ਤਪਸਾਰ। ਹੁਣ ਕੋਈ ਉਹ ਤਪ ਕਰਨ ਦੀ ਲੋੜ ਨਹੀਂ, ਜੁਗ ਜੁਗ ਆਪੋ ਆਪਣਾ ਧਰਮ ਹੈ। ਹੁਣ ਤਪ ਕਰੋ ਗੁਰੂ ਦੀ ਸੇਵਾ। ਹੁਣ ਸਾਡਾ ਯੁੱਗ ਜਿਹੜਾ ਹੈ, ਸਤਿਯੁਗ ਦਾ ਵੀ ਆਪ ਜੀ ਨੇ ਸਰਵਣ ਕਰ ਲਿਆ ਹੈ, ਤ੍ਰੇਤੇ ਦਾ ਵੀ, ਦੁਆਪਰ ਦਾ ਵੀ। ਅਸੀਂ ਕਲਯੁਗ ਦੇ ਹਾਂ। ਸਾਡੇ ਜਨਮ ਕਲਯੁਗ ਵਿੱਚ ਹੋਏ ਹਨ। ਕਲਯੁਗ ਰਥ ਅਗਨ ਕਾ। ਜਿਹੜੇ ਕਲਯੁਗ ਦੇ ਰਥ ਹਨ, ਦੇਹਾਂ ਹਨ, ਬੋਡੀਆਂ ਹਨ, ਤਨ ਹਨ, ਸਰੀਰ ਹਨ, ਇਹ ਮਾਨਸ ਦੇ ਜਿਨ੍ਹਾਂ ਦੇ ਕੋਲ ਹੈ, ਇਸ ਰਥ ਵਿੱਚ ਅੱਗ ਸਵਾਰ ਹੈ। ਅੱਗ, ਅਗਨ। ਵਾਹਿਗੁਰੂ, ਇਹ ਸਾਡਾ ਸਮਾਂ ਹੈ, ਯਾਦ ਰੱਖਣਾ ਪਲੀਜ਼। ਕਲਯੁਗ ਰਥ, ਰਥ ਤੁਹਾਡੀ ਮੇਰੀ ਸਾਰਿਆਂ ਦੀ ਬੋਡੀ ਹੈ, ਚੌਹਾਂ ਖਾਣੀਆਂ ਦੀ ਬੋਡੀ ਹੈ, ਪਰ ਇੱਥੇ ਕਥਾ ਚੱਲ ਰਹੀ ਹੈ ਹਿਊਮਨ ਬੋਡੀ ਦੀ, ਮਾਨਸ ਜਨਮ ਦੀ। ਮਾਨਸ ਜਨਮ ਦੀ ਜਿਹ ਠਾਕੁਰ ਸੋ ਤੈਂ ਕਿਉਂ ਬਿਸਰਾਇਓ। ਹੁਣ ਜਿਹੜਾ ਰਥ ਹੈ ਉਹਦੇ ਵਿੱਚ ਕੌਣ ਬੈਠਾ ਹੈ? ਦੁਨੀਆ ਦੇ ਵਿੱਚ ਵੀ ਤੁਸੀਂ ਦੇਖੇ ਹੋਣਗੇ ਰਥ, ਉਹਨਾਂ ਵਿੱਚ ਕੋਈ ਨਾ ਕੋਈ ਬੈਠਾ ਹੁੰਦਾ ਹੈ। ਇੱਥੇ ਯੂਕੇ ਵਿੱਚ ਵੀ ਦਾਸ ਨੇ ਦੇਖਿਆ ਹੈ, ਕਈਆਂ ਰਥਾਂ ਦੇ ਵਿੱਚ ਅੰਤ ਵੇਲੇ ਬੋਡੀ ਨੂੰ ਲੈ ਕੇ ਜਾਂਦੇ ਹਨ, ਚੈਰੀਅਟ, ਤੇ ਉਹਨਾਂ ਨੂੰ ਚਲਾਉਣ ਵਾਲੇ ਚੈਰੀਅਟੀਅਰ ਘੋੜੇ ਹੁੰਦੇ ਹਨ। ਇਸ ਬੋਡੀ ਨੂੰ ਚਲਾਉਣ ਵਾਲਾ, ਇਸ ਰਥ ਨੂੰ ਚਲਾਉਣ ਵਾਲਾ ਚੈਰੀਅਟੀਅਰ ਲੱਗਦਾ ਹੈ ਮਨ ਹੈ। ਜਿਸ ਮਨ ਨੂੰ ਜੋੜਨਾ ਹੈ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ, ਸਤਨਾਮ ਜੀ, ਵਾਹਿਗੁਰੂ ਜੀ ਦੇ ਨਾਮ ਦੇ ਨਾਲ। ਕਲਯੁਗ ਰਥ ਅਗਨ ਕਾ। ਕਲਯੁਗ ਦਾ ਰਥ ਜਿਹੜਾ ਹੈ, ਹਰ ਇੱਕ ਬੋਡੀ ਜਿਹੜੀ ਹੈ, ਦੇਹ ਜਿਹੜੀ ਹੈ, ਉਹਦੇ ਵਿੱਚ ਅਗਨ ਸਵਾਰ ਹੈ, ਕਾਮ ਸਵਾਰ ਹੈ, ਕ੍ਰੋਧ ਸਵਾਰ ਹੈ, ਝੂਠ ਸਵਾਰ ਹੈ। ਜਿੰਨੀ ਦੁਨੀਆ ਦੇ ਰਥ ਹਨ, ਸਰੀਰ ਹਨ, ਠੱਗੀ ਸਵਾਰ ਹੈ, ਝੂਠ ਸਵਾਰ ਹੈ, ਕ੍ਰੋਧ ਕਰਕੇ ਅੱਗ ਮਚ ਰਹੀ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਤ੍ਰਿਸ਼ਨਾ ਦੀ ਅਗਨ ਇਸ ਰਥ ਵਿੱਚ, ਦੇਹ ਵਿੱਚ ਬੈਠੀ ਹੋਈ ਹੈ। ਇਸੇ ਕਰਕੇ ਸਤਿਗੁਰਾਂ ਨੇ ਹੁਕਮ ਕੀਤੇ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਚੀ ਹੈ। ਤ੍ਰਿਸ਼ਨਾ ਦੇ ਭਾਂਬੜ ਮਚ ਰਹੇ ਹਨ ਇਸ ਰਥ ਤੇ। ਇਸ ਰਥ ਵਿੱਚ ਬੈਠੀ ਹੈ ਅਗਨ, ਅੱਗ ਬੈਠੀ ਹੈ। ਲੜਾਈਆਂ, ਝਗੜੇ, ਵੈਰ, ਵਿਰੋਧ, ਅੱਖਾਂ ਬਲ ਰਹੀਆਂ ਹਨ। ਜਿਹੜੀ ਅਗਨ ਅੰਦਰ ਹੈ ਉਹਦੇ ਨਾਲ ਇੰਨਾ ਗੁੱਸਾ ਹੈ, ਕ੍ਰੋਧ ਹੈ। ਸਤਿਗੁਰਾਂ ਨੂੰ ਲਿਖਣਾ ਪਿਆ ਗੁਰਬਾਣੀ ਵਿੱਚ, ਕਾਮ ਕ੍ਰੋਧ ਜਲਿਆ ਸੰਸਾਰੇ। ਪੂਰੀ ਦੁਨੀਆ ਜਲ ਰਹੀ ਹੈ, ਕਿਉਂਕਿ ਪੂਰੀ ਦੁਨੀਆ ਦੇ ਰਥਾਂ ਵਿੱਚ, ਬੋਡੀਆਂ ਵਿੱਚ, ਦੇਹਾਂ ਦੇ ਵਿੱਚ ਅਗਨ ਸਵਾਰ ਹੈ। ਤੁਸੀਂ ਆਪ ਪੜ੍ਹਨਾ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਪੇਜ ਹਨ 470, 470 470। ਕਲਯੁਗ ਰਥ, ਰਥ ਲਈ ਕਨਫਿਊਜ਼ ਨਹੀਂ ਹੋਣਾ। ਸਾਰਿਆਂ ਯੁੱਗਾਂ ਵਿੱਚ ਰਥ ਮਿਲੇ ਹਨ, ਸਰੀਰ ਮਿਲੇ ਹਨ, ਦੇਹਾਂ ਮਿਲੀਆਂ ਹਨ, ਤਨ ਮਿਲੇ ਹਨ। ਇਸ ਸ਼ਬਦ ਵਿੱਚ ਹੀ ਸਤਿਗੁਰਾਂ ਨੇ ਰਥ ਨੂੰ ਸਰੀਰ ਹੀ ਫਰਮਾਇਆ ਹੈ। ਨਾਨਕ ਮੇਰ ਸਰੀਰ ਕਾ। 84 ਲੱਖ ਜੂਨਾਂ ਦੇ ਵਿੱਚੋਂ ਜਿਵੇਂ ਮਾਲਾ ਦੇ ਮਣਕਿਆਂ ਦਾ ਇੱਕ ਮੇਰੂ ਹੁੰਦਾ ਹੈ ਸਭ ਤੋਂ ਉੱਪਰ, ਤਿਵੇਂ ਜਿੰਨੀ ਦੁਨੀਆ ਮਾਲਿਕ ਨੇ ਬਣਾਈ ਹੈ ਸਵਾਸਾਂ ਦੀ ਮਾਲਾ ਵਿੱਚ ਪਰੋਈ ਪਈ ਹੈ।
ਦੇਹ ਨੂੰ ਰਥ ਸਮਝਣਾ, ਸ਼ਬਦ ਸਮਝ ਆ ਜਾਵੇਗਾ, ਗੁਰਬਾਣੀ ਸਮਝ ਪੈ ਜਾਵੇਗੀ। ਇਹ ਨਹੀਂ ਕਿ ਉਹਨਾਂ ਜੋਗਾਂ ਨੂੰ ਹੀ ਸੁਣ ਕੇ ਛੱਡ ਦੇਣਾ ਹੈ। ਹੁਣ ਵੀ ਅਸੀਂ ਸਤਜੁਗੀ ਹਾਂ। ਜਦੋਂ ਗੁਰਬਾਣੀ ਪੜ੍ਹਦੇ ਹਾਂ, ਸੱਚੀ ਸੁੱਚੀ ਪਵਿੱਤਰ ਪਾਵਨ ਗੁਰਬਾਣੀ ਦੇ ਨਾਲ ਪਿਆਰ ਕਰਦੇ ਹਾਂ, ਅਕਾਲ ਪੁਰਖ ਜੀ ਨੂੰ, ਪਰਮੇਸ਼ਰ ਨੂੰ, ਭਗਵਾਨ ਪਰਮਾਤਮਾ ਨੂੰ ਮੰਨਦੇ ਹਾਂ, ਅਸੀਂ ਸਤਜੁਗੀ ਬਣ ਜਾਂਦੇ ਹਾਂ। ਜਦੋਂ ਸੇਵਾ ਕਰਦੇ ਹਾਂ ਗੁਰੂ ਘਰ ਦੀ, ਸਾਧ ਸੰਗਤ ਦੀ, ਸਾਡੀ ਦੇਹ ਵਿੱਚ, ਸਾਡੇ ਰਥ ਵਿੱਚ ਤਪ ਆ ਜਾਂਦਾ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਸਾਡੇ ਰਥ ਵਿੱਚ ਜਤ ਆ ਜਾਂਦਾ ਹੈ, ਪਾਵਰ ਆ ਜਾਂਦੀ ਹੈ, ਤਾਕਤ ਆ ਜਾਂਦੀ ਹੈ, ਨੂਰ ਆ ਜਾਂਦਾ ਹੈ। ਅਵਲ ਅੱਲਾਹ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ, ਕਿਉਂਕਿ ਸਾਰਿਆਂ ਦੇ ਮਨ ਕਾਬੂ ਸਨ। ਕਲ ਜੁਗ ਰਥ ਅਗਨ ਕਾ, ਕਲਯੁਗ ਦਾ ਰਥ, ਕਲਯੁਗ ਦੀ ਬੋਡੀ, ਕਲਯੁਗ ਦੀ ਦੇਹ, ਉਹਦੇ ਵਿੱਚ ਬੈਠੀ ਹੈ, ਇਸ ਰਥ ਵਿੱਚ ਅਗਨ। ਇਹਨੂੰ ਖਿੱਚਣ ਵਾਲਾ ਕੌਣ ਹੈ? ਵਾਹਿਗੁਰੂ, 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 ਵਾਹਿਗੁਰੂ। ਜਿਵੇਂ ਸਤਜੁਗ ਦੇ ਵਿੱਚ, ਸਤਜੁਗ ਦੇ ਸਰੀਰਾਂ ਨੂੰ ਖਿੱਚਣ ਵਾਲਾ ਧਰਮ ਸੀ, ਮਾਲਕ ਨਾਲ ਜੋੜਨ ਵਾਲਾ, ਰੱਬ ਨਾਲ, ਅਕਾਲ ਪੁਰਖ ਜੀ ਨਾਲ, ਤਾਂ ਸੰਤੋਖ ਉਸ ਰਥ ਵਿੱਚ ਟਿਕਿਆ ਹੋਇਆ ਸੀ। ਤ੍ਰੇਤੇ ਦੇ ਵਿੱਚ ਸਰੀਰਾਂ ਨੂੰ, ਤਨਾਂ ਨੂੰ, ਰੱਥਾਂ ਨੂੰ, ਆ ਜਿਹੜੀ ਸਾਡੀ ਬੋਡੀ ਹੈ, ਉਸ ਵੇਲੇ ਇਸ ਰਥ ਵਿੱਚ, ਦੇਹ ਵਿੱਚ ਜਤ ਬੈਠਾ ਸੀ, ਲੋਕ ਜਤੀ ਸਨ। ਜੋਰ ਅੱਗੇ ਰਥਵਾਹੋ, ਪਾਵਰ ਜਿਹੜੀ ਸੀ ਉਹ ਇਹਨੂੰ ਖਿੱਚਣ ਵਾਲੀ ਸੀ, ਬੋਡੀ ਨੂੰ ਕੰਟਰੋਲ ਕਰਨ ਵਿੱਚ, ਕਾਮ ਨੂੰ ਕੰਟਰੋਲ ਕਰਨ ਵਿੱਚ, ਮੰਦੇ ਪਾਸੇ ਤੋਂ ਕੰਟਰੋਲ ਕਰਨ ਵਿੱਚ। ਹੈ ਕਾਮੰ ਨਰਕ ਵਿਸਰਾਮੰ, ਸਮਝਾਉਣ ਵਿੱਚ, ਕਾਮ ਕ੍ਰੋਧ ਕਾਇਆ ਕੋ ਗਾਲੇ, ਬੜਾ ਸਮਝਾਇਆ ਹੈ ਕਲਯੁਗ ਵਿੱਚ ਵੀ। ਦੁਆਪਰ ਵਿੱਚ ਇਸ ਰਥ ਤੇ, ਬੋਡੀ ਤੇ, ਇਹਦੇ ਵਿੱਚ ਤਪ ਬੈਠਾ ਸੀ, ਤੇ ਖਿੱਚਣ ਵਾਲਾ ਸੀ ਸਤ, ਜੋ ਸਤਨਾਮ ਸਤਿਗੁਰੂ ਜੀ ਨੇ ਜਪਾਇਆ ਹੈ ਕਲਯੁਗ ਦੇ ਵਿੱਚ। ਹੁਣ ਬੜੀ ਮੁਸ਼ਕਲ ਹੈ। ਅੰਗ 470 ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਬਿਨਾਂ ਗੁਰਬਾਣੀ ਤੋਂ ਕਿਸੇ ਨਹੀਂ ਬਚਾਉਣਾ। ਕਲਯੁਗ ਰਥ ਅਗਨ ਕਾ, ਹਰ ਬੰਦੇ ਵਿੱਚ ਅਗਨ ਮੱਚੀ ਹੋਈ ਹੈ। ਕਾਰਨ ਕੀ ਕਿ ਇਹਨੂੰ ਖਿੱਚਣ ਵਾਲਾ ਕੂੜ ਹੈ, ਝੂਠ ਹੈ। ਕਲਯੁਗ ਰਥ ਅਗਨ ਕਾ, ਆਪਾਂ ਸਮਝਣਾ ਹੈ ਸੁਣ ਕੇ। ਕੂੜ ਅੱਗੇ ਰਥਵਾਹੋ, ਕੂੜ ਅੱਗੇ ਰਥਵਾਹੋ, ਕਿਉਂਕਿ ਇਸ ਰਥ ਨੂੰ, ਬੋਡੀਆਂ ਨੂੰ, ਤਨ ਨੂੰ, ਸਰੀਰ ਨੂੰ, ਕਿ ਸ਼ਬਦ ਚੱਲ ਰਿਹਾ ਸਰੀਰ ਦਾ, ਉਹਨਾਂ ਯੁਗਾਂ 'ਚ ਲੋਕ ਇਸ ਤਰ੍ਹਾਂ ਕਰਦੇ ਸਨ। ਕਲਯੁਗ ਦੇ ਵਿੱਚ ਇਸ ਰਥ ਨੂੰ ਖਿੱਚ ਰਿਹਾ ਹੈ ਝੂਠ, ਠੱਗੀ, ਕ੍ਰੋਧ, ਗੁੱਸਾ, ਅੱਗ ਮੱਚੀ ਪਈ ਹੈ ਅੱਖਾਂ ਵਿੱਚ, ਲੜਾਈਆਂ, ਝਗੜੇ, ਵੈਰ, ਵਿਰੋਧ, ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਕਰੋੜਾਂ ਅਰਬਾਂ ਜੋੜ ਕੇ ਵੀ ਮਨ ਨਹੀਂ ਰੱਜਦਾ। ਇਸ ਕਰਕੇ ਕਲਯੁਗ ਦਾ ਰਥ ਜਿਹੜਾ ਹੈ, ਬੋਡੀ ਜਿਹੜੀ ਹੈ, ਤਨ ਜਿਹੜਾ ਹੈ, ਸਰੀਰ ਜਿਹੜਾ ਹੈ, ਇਹਦੇ ਵਿੱਚ ਅਗਨ ਹੈ, ਅਗਨ। ਕੂੜ ਅੱਗੇ ਰਥਵਾਹੋ, ਝੂਠ ਜਿਹੜਾ ਹੈ ਇਸ ਰਥ ਨੂੰ, ਇਸ ਬੋਡੀ ਨੂੰ, ਇਸ ਤਨ ਨੂੰ ਖਿੱਚਣ ਵਾਲਾ ਹੈ।
In the iron age of Kali Yuga, please listen carefully. Fire is the chariot. Fire is the chariot. Please, 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 Guru Roop Sat Sangat Jiyo, please understand this. In the iron age of Kali Yuga, fire is the chariot. Rath, chariot, rath. This is very important. And falsehood. The charioteer. ਚਲਾਉਣ ਵਾਲਾ। ਇਸ ਰਥ ਨੂੰ ਕਲਯੁਗ ਵਿੱਚ, ਇਸ ਬੋਡੀ ਨੂੰ, ਤਨ ਨੂੰ, ਮਨ ਕਹਿ ਲਓ, ਕਿਉਂਕਿ ਮਨ ਵੀ ਚਲਾਉਂਦਾ ਹੈ ਇਸ ਨੂੰ, ਉਹ ਹੈ ਝੂਠ। ਦੁਨੀਆ ਹੀ ਝੂਠੀ ਹੈ। ਝੂਠੀ ਦੁਨੀਆ ਲੱਗ ਨਾ ਆਪ ਬਣ ਜਾਈਏ। ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਾਈਓ ਲੜ ਲਾ ਗਏ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਇਹ ਸਾਰੀ ਪਾਵਨ ਗੁਰਬਾਣੀ ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਨੇ ਆਪ ਉਚਾਰਨ ਕੀਤੀ ਹੈ। ਜਦੋਂ ਸਰੂਪ ਨਹੀਂ ਮਿਲਿਆ ਮਹਾਰਾਜ ਦਾ, ਸਾਰੀ ਪਵਿੱਤਰ ਪਾਵਨ ਗੁਰਬਾਣੀ ਦਾ ਇੱਕ ਇੱਕ ਅੱਖਰ ਆਪ ਸਤਿਗੁਰਾਂ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਲਿਖਾਇਆ ਹੈ। ਹੋਰ ਵੀ ਜਿਹੜੀ ਰਹਿੰਦੀ ਗੁਰਬਾਣੀ ਸੀ ਉਸ ਨੂੰ ਵਿੱਚ ਦਰਜ ਕੀਤਾ ਹੈ। ਕਹੋ ਕਬੀਰ ਹਮ ਭੈ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਐਨਿਕ ਦਾਸ ਦੀ ਸੇਵਾ ਪ੍ਰਵਾਨ ਕਰਨਾ, ਹੋ ਸਕਦਾ ਹੈ ਮਨ ਨੂੰ ਕੋਈ ਸੋਝੀ ਆ ਜਾਵੇ। ਇਹ ਰੱਥ ਕੀ ਹੈ? ਇਸ ਰੱਥ ਵਿੱਚ ਕੌਣ ਕੌਣ ਬੈਠਾ ਹੈ? ਇਸ ਰੱਥ ਨੂੰ, ਬੋਡੀ ਨੂੰ ਖਿੱਚਣ ਵਾਲਾ ਕੌਣ ਕੌਣ ਹੈ? ਚਾਰੀਅਟੀਅਰ। ਸਾਡਾ ਭਲਾ ਹੋ ਜਾਵੇ। ਹਰ ਯੁੱਗ ਵਿੱਚ ਇਹ ਰੱਥ ਮਿਲੇ ਹਨ ਸਾਰਿਆਂ ਨੂੰ। ਹਰ ਯੁੱਗ ਵਿੱਚ ਖਿੱਚਣ ਵਾਲੇ ਮਿਲੇ ਹਨ ਸਾਰਿਆਂ ਨੂੰ। ਕੋਈ ਜੱਤ ਸੀ ਖਿੱਚਣ ਵਾਲਾ, ਕੋਈ ਧਰਮ ਸੀ ਖਿੱਚਣ ਵਾਲਾ, ਕੋਈ ਸੱਤ ਸੀ ਖਿੱਚਣ ਵਾਲਾ। ਇਹ ਕਿਹੋ ਜਿਹਾ ਸਮਾਂ ਮਾਲਕ ਤੁਸੀਂ ਸਾਨੂੰ ਦੇ ਦਿੱਤਾ ਹੈ? ਸਾਨੂੰ ਖਿੱਚਣ ਵਾਲਾ ਝੂਠ ਹੈ। ਕਿਰਪਾ ਕਰੋ, ਕਿਰਪਾ ਕਰੋ ਧੰਨ ਗੁਰੂ ਨਾਨਕ ਸਾਹਿਬ ਜੀ, ਦਸ਼ਮੇਸ਼ ਪਿਤਾ ਜੀ, ਕਿਰਪਾ ਕਰੋ। ਸਾਨੂੰ ਖਿੱਚਣ ਵਾਲਾ ਧਰਮ ਜਿਹੜਾ ਹੈ ਉਹ ਹੋਵੇ। ਸਾਡੇ ਰੱਥ ਵਿੱਚ ਵੀ ਜੱਤ ਹੋਵੇ। ਸਾਨੂੰ ਖਿੱਚਣ ਵਾਲਾ ਵੀ ਤਪ ਹੋਵੇ। ਅਸੀਂ ਤਪ ਕਰੀਏ, ਜ਼ੋਰ ਹੋਵੇ ਸਾਨੂੰ ਖਿੱਚਣ ਵਾਲਾ। ਇਹਨਾਂ ਤੋਂ ਬਚ ਜਾਈਏ ਜਿਹਨੇ ਦੁਨੀਆ ਹੀ ਜਾਲ ਦਿੱਤੀ ਹੈ। ਕਾਮ, ਕ੍ਰੋਧ, ਜਲਿਆ ਸੰਸਾਰੇ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜੋ। ਇਹਨਾਂ ਰੱਥਾਂ ਵਿੱਚ ਗੁਰਬਾਣੀ ਆ ਜਾਵੇ, ਸਤ ਆ ਜਾਵੇ, ਧਰਮ ਆ ਜਾਵੇ, ਜੋਰ ਆ ਜਾਵੇ। ਗੁਰ ਸੇਵਾ ਤਪਾਂ ਸਿਰ ਤਪਸਾਰ। ਕਥਾ ਕਰਦਿਆਂ ਜੀਵੀਐਲ ਗੁਰਬਾਣੀ ਸੇਵਾ ਤੋਂ
ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ, ਕਲਗੀਧਰ ਸਾਹਿਬ ਦਸ਼ਮੇਸ਼ ਪਿਤਾ ਮਹਾਰਾਜ ਜੀ ਦੀਆਂ ਸੰਗਤਾਂ ਆਲ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਵਸ ਰਹੀਆਂ ਹਨ, ਦਾਸਰਾ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ, ਕਿਉਂਕਿ ਸੰਗਤ ਰੱਬ ਦਾ ਰੂਪ ਹੈ, ਗੁਰੂ ਦਾ ਰੂਪ ਹੈ। ਗੁਰੂ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦੇ, ਗੁਰੂ ਭਲਾ ਹੀ ਭਲਾ ਕਰਦੇ ਹਨ। ਤੁਸੀਂ ਮੇਰਾ ਭਲਾ ਕਰ ਦੇਣਾ। ਕਈ ਭੁੱਲਾਂ ਮੇਰੇ ਕੋਲੋਂ ਗੁਰਬਾਣੀ ਦੇ ਅੱਖਰ ਅੱਗੇ ਪਿੱਛੇ ਹੋ ਜਾਂਦੇ ਹਨ, ਪੜ੍ਹੇ ਜਾਂਦੇ ਹਨ, ਕਿਉਂਕਿ ਜੀਭ ਦਾ ਧਾਗਾ ਮਾਲਕ ਦੇ ਹੱਥ ਹੈ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਮਨ ਹਮਾਰੀ। ਇੰਗਲਿਸ਼ ਦੇ ਸੈਂਟੈਂਸ ਪੜ੍ਹਦੇ ਹਾਂ, ਕਈ ਸ਼ਬਦ ਸੁੱਧ ਨਹੀਂ ਪੜ੍ਹੇ ਜਾਂਦੇ, ਚਾਰੀਅਟ, ਚਾਰੀਅਟੀਅ, ਹੋਰ ਵੀ ਕਈ ਸ਼ਬਦ। ਮਾਈ ਹੰਬਲੀ ਰਿਕੁਐਸਟ, ਗੁਰੂ ਰੂਪ ਸਾਧ ਸੰਗਤ ਜੀ, ਪਲੀਜ਼ ਫॉरगिव मी ਮਾਈ ਮਿਸਟੇਕਸ। ਨਾਮ ਜਪੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਲਵੋ। ਜਿਵੇਂ ਉਹਨਾਂ ਯੁੱਗਾਂ ਵਿੱਚ ਰੱਥਾਂ ਦੇ ਵਿੱਚ ਜਤ ਸੀ, ਸਤ ਸੀ, ਧਰਮ ਸੀ। ਚੌਥੇ ਯੁੱਗ ਵਿੱਚ ਅੱਗ ਹੈ, ਅਗਨ। ਕਲ ਯੁਗ ਰਥ ਅਗਨ ਕਾ। ਇਹ ਅਗਨ ਤਾਂ ਬੁਝੇਗੀ ਜੇ ਗੁਰਬਾਣੀ ਦਾ ਜਲ ਛਿੜਕਾਵਾਂਗੇ, ਰੱਜ ਰੱਜ ਕੇ ਗੁਰਬਾਣੀ ਪੜਾਂਗੇ, ਗੁਰੂ ਘਰ ਜਾਵਾਂਗੇ, ਕੀਰਤਨ ਸੁਣਾਂਗੇ, ਤਾਂ ਇਹ ਫਾਇਰ ਜਿਹੜੀ ਹੈ ਕੁਐਂਚਡ, ਅੱਗ ਬੁਝ ਜਾਵੇਗੀ, ਅੱਗ ਬੁਝ ਜਾਵੇਗੀ। ਕਿਉਂਕਿ ਸਾਡਾ ਜਿਹੜਾ ਯੁੱਗ ਹੈ ਅਗਨ ਵਾਲਾ ਹੈ। ਕਲ ਯੁਗ ਰਥ ਅਗਨ ਕਾ। ਸਾਡੇ ਯੁੱਗ ਵਿੱਚ ਇਹਨੂੰ ਖਿੱਚਣ ਵਾਲਾ ਨਾ ਸਤ ਹੈ, ਨਾ ਜਤ ਹੈ, ਨਾ ਧਰਮ ਹੈ। ਇਹਨੂੰ ਖਿੱਚਣ ਵਾਲਾ ਟੂ ਮੱਚ ਝੂਠ ਹੈ। ਕੋੜ ਅੱਗੇ ਰਥ ਵਾਹੋ। ਜਿਵੇਂ ਹਾਥੀ ਨੂੰ ਚਲਾਉਣ ਵਾਲਾ ਹਾਥੀਵਾਨ ਹੁੰਦਾ ਹੈ, ਹਸਤੀ ਸਿਰ ਜੋ ਅੰਕਸ ਹੈ, ਤਿਵੇਂ ਇਹ ਝੂਠ ਨੂੰ ਦੂਰ ਕਰਨਾ ਹੈ, ਸੱਚ ਬੋਲਣਾ ਹੈ। ਜਿਵੇਂ ਜਿਵੇਂ ਮਨ ਸਤ ਕਰਤਾਰ ਆਖੇਗਾ, ਸਤਨਾਮ ਵਾਹਿਗੁਰੂ ਆਖੇਗਾ, ਝੂਠ ਆਪਣਾ ਡੇਰਾ ਚੁੱਕ ਲਵੇਗਾ, ਚਲਾ ਜਾਵੇਗਾ ਝੂਠ। ਉਸੇ ਰਸਨਾ ਤੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਸ ਦੇਹ ਵਿੱਚ ਇਹ ਜੋ ਕਲਯੁਗ ਦੇ ਵਿੱਚ ਰਥ ਸਾਨੂੰ ਮਿਲਿਆ ਹੈ, ਗੁਰਦੁਆਰਾ ਸਾਹਿਬ ਜਾਣ ਨਾਲ, ਸਾਧ ਸੰਗਤ ਵਿੱਚ ਜਾਣ ਨਾਲ, ਫਿਰ ਇਸ ਰਥ ਨੂੰ ਖਿੱਚਣ ਵਾਲਾ ਧਰਮ ਵੀ ਹੋਵੇਗਾ, ਜਤ ਵੀ ਹੋਵੇਗਾ, ਸਤ ਵੀ ਹੋਵੇਗਾ। ਕਿਉਂਕਿ ਜਪਾਂਗੇ ਨਾ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਨਾਲ ਖਿੱਚਾਂਗੇ ਇਸ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।